ਵੈਲਕਮ ਸਟੂਡੈਂਟਸ। ਬੇਟਾ ਅੱਜ ਅਸੀਂ +1 ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਮੌਲਿਕ ਕਰਤੱਵ ਕਰਨ ਜਾ ਰਹੇ ਹਾਂ, ਜਿਸ ਨੂੰ ਇੰਗਲਿਸ਼ ਕਿਹਾ ਜਾਂਦਾ ਹੈ ਫੰਡਾਮੈਂਟਲ ਡਿਊਟੀਜ਼। ਅਧਿਕਾਰਾਂ ਅਤੇ ਕਰਤੱਵਾਂ ਦਾ ਗੂੜਾ ਸੰਬੰਧ ਹੁੰਦਾ ਹੈ। ਜੇਕਰ ਅਸੀਂ ਕਹਿ ਦਈਏ ਕਿ ਅਧਿਕਾਰਾਂ ਅਤੇ ਕਰਤੱਵ ਜਿਹੜੇ ਹਨ, ਅਧਿਕਾਰ ਅਤੇ ਕਰਤੱਵ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ, ਤਾਂ ਬਿਲਕੁਲ ਵੀ ਗਲਤ ਨਹੀਂ ਹੋਏਗਾ। ਜਿਵੇਂ ਸਿੱਕੇ ਦੇ ਇੱਕ ਪਾਸੇ ਜਿਹੜਾ ਹੈ ਅਧਿਕਾਰ ਹੈ, ਤਾਂ ਦੂਜੇ ਪਾਸੇ ਉਹਦੇ ਕੀ ਹੋਣਗੇ? ਕਰਤੱਵ ਹੋਣਗੇ। ਇਸੇ ਕਰਕੇ ਅਧਿਕਾਰਾਂ ਨੂੰ ਮਾਪਣ ਲਈ ਕਰਤੱਵਾਂ ਦੀ ਪਾਲਣਾ ਬਹੁਤ ਹੀ ਜ਼ਰੂਰੀ ਮੰਨੀ ਜਾਂਦੀ ਹੈ। ਸੋਵੀਅਤ ਸੰਘ ਪਹਿਲਾ ਸਮਾਜਵਾਦੀ ਰਾਜ ਸੀ, ਜਿਸ ਦੁਆਰਾ 1936 ਦੇ ਸੰਵਿਧਾਨ ਦੇ ਅਧੀਨ ਅਧਿਕਾਰਾਂ ਦੇ ਨਾਲ ਕਰਤੱਵਾਂ ਦਾ ਵੀ ਵਰਣਨ ਉਸਨੇ ਕਰ ਦਿੱਤਾ ਸੀ। ਯਾਨੀ ਸਭ ਤੋਂ ਪਹਿਲਾਂ ਸਾਡੇ ਸੋਵੀਅਤ ਸੰਘ ਦੇ ਸੰਵਿਧਾਨ ਦੇ ਵਿੱਚ ਅਧਿਕਾਰਾਂ ਦੇ ਨਾਲ ਕਰਤੱਵਾਂ ਦਾ ਵੀ ਵਰਣਨ ਕੀਤਾ ਸੀ। ਇਸ ਤੋਂ ਬਾਅਦ ਤਾਂ ਕਹਿੰਦੇ ਬਹੁਤ ਸਾਰੇ ਦੇਸ਼ਾਂ ਨੇ, ਜਿਵੇਂ ਕਿ ਇਟਲੀ ਹੋ ਗਿਆ, ਕੋਰੀਆ, ਜਾਪਾਨ, ਚੀਨ, ਬੁਲਗਾਰੀਆ, ਹੰਗਰੀ, ਸਪੇਨ, ਬਹੁਤ ਸਾਰੇ ਦੇਸ਼ ਇਹਨਾਂ ਨੇ ਵੀ ਆਪਣੇ ਸੰਵਿਧਾਨ ਵਿੱਚ ਮੌਲਿਕ ਕਰਤੱਵਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਸੀ। ਭਾਰਤ ਦੇ ਸੰਵਿਧਾਨ ਵਿੱਚ ਇਹ ਸ਼ੁਰੂ ਤੋਂ ਹੀ ਮੌਲਿਕ ਕਰਤੱਵਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950, ਤਾਂ ਮੌਲਿਕ ਅਧਿਕਾਰਾਂ ਦੀ ਤਾਂ ਵਿਵਸਥਾ ਕੀਤੀ ਸੀ ਉਸ ਸਮੇਂ, ਪਰ ਮੌਲਿਕ ਕਰਤੱਵਾਂ ਨੂੰ ਬਿਲਕੁਲ ਵੀ ਸ਼ਾਮਿਲ ਨਹੀਂ ਕੀਤਾ ਗਿਆ ਸੀ। ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਉਸ ਸਮੇਂ ਕਰਤੱਵਾਂ ਨੂੰ ਸੰਵਿਧਾਨ 'ਚ ਸ਼ਾਮਿਲ ਕਰਨਾ ਜ਼ਰੂਰੀ ਹੀ ਨਹੀਂ ਸਮਝਿਆ ਗਿਆ। ਮਤਲਬ ਉਸ ਟਾਈਮ 'ਤੇ ਵਿਅਕਤੀ ਜਿਹੜੇ ਸੀ, ਸਾਡੇ ਭਾਰਤੀ ਜਿਹੜੇ ਸੀਗੇ, ਉਹ ਬਹੁਤ ਸਮੇਂ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਏ ਸੀ। ਉਹਨਾਂ ਲਈ ਉਸ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਅਧਿਕਾਰ ਦੇਣਾ ਸੀ, ਜਿਨ੍ਹਾਂ ਤੋਂ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਵੰਚਿਤ ਕੀਤਾ ਗਿਆ ਸੀ। ਸੋ ਕਰਤੱਵਾਂ ਦੀ ਪਾਲਣਾ ਉਸ ਲਈ ਜ਼ਰੂਰੀ ਨਹੀਂ ਸਮਝੀ ਗਈ, ਇਸ ਕਰਕੇ ਮੌਲਿਕ ਕਰਤੱਵਾਂ ਨੂੰ ਸਾਡੇ ਸੰਵਿਧਾਨ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਪਰ ਕੁਝ ਸਮੇਂ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਲੋਕ ਅਧਿਕਾਰਾਂ ਦੀ ਪੂਰਤੀ ਲਈ ਤਾਂ ਸਦਾ ਹੀ ਤਤਪਰ ਰਹਿੰਦੇ ਹਨ, ਜਦਕਿ ਕਰਤੱਵਾਂ ਦੀ ਅਦਾਇਗੀ ਵੇਲੇ ਹਮੇਸ਼ਾ ਹੀ ਉਹ ਮੂੰਹ ਮੋੜ ਲੈਂਦੇ ਹਨ। ਇਸ ਕਾਰਨ ਹੀ ਸੰਵਿਧਾਨ ਵਿੱਚ ਕਰਤੱਵਾਂ ਨੂੰ ਸ਼ਾਮਿਲ ਕਰਨ ਦੀ ਲੋੜ ਮਹਿਸੂਸ ਕੀਤੀ ਗਈ। ਇਸ ਉਦੇਸ਼ ਦੀ ਪੂਰਤੀ ਲਈ 1976 ਈਸਵੀ ਵਿੱਚ ਸੰਵਿਧਾਨ ਦੀ 42ਵੀਂ ਸੋਧ ਕੀਤੀ ਗਈ ਸੀ। ਯਾਨੀ ਮੌਲਿਕ ਕਰਤੱਵਾਂ ਨੂੰ ਕਦੋਂ ਸਾਡੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ? 1976 ਵਿੱਚ ਸ਼ਾਮਿਲ ਕੀਤਾ ਗਿਆ ਸੀ। ਕਿਹੜੀ ਸੋਧ ਰਾਹੀਂ? 42ਵੀਂ ਸੋਧ ਰਾਹੀਂ। ਇਹ ਤੁਹਾਨੂੰ ਬੇਟਾ ਵਨ ਵਰਡ ਵਿੱਚ ਜਿਹੜੇ ਹੈਗੇ, ਵਨ ਵਰਡ ਕੁਐਸਚਨਸ ਵਿੱਚ ਇਹ ਕੁਐਸਚਨ ਆ ਜਾਂਦੇ ਹੁੰਦੇ ਵੀ ਕਦੋਂ ਸ਼ਾਮਿਲ ਕੀਤਾ ਗਿਆ ਜਾਂ ਸੰਵਿਧਾਨ ਦੀ ਕਿਹੜੀ ਸੋਧ ਰਾਹੀਂ ਸ਼ਾਮਿਲ ਕੀਤਾ ਗਿਆ। ਇਹ ਸਾਡੇ ਜਿਹੜੇ ਮੌਲਿਕ ਕਰਤੱਵ ਹਨ, ਸੰਵਿਧਾਨ ਵਿੱਚ ਚੌਥੇ ਭਾਗ ਵਿੱਚ ਚੌਥੇ ਏ, ਇਸ ਨੂੰ ਜਿਹੜਾ ਹੈ ਇੱਕ ਨਵਾਂ ਭਾਗ ਜਿਹੜਾ ਅੰਕਿਤ ਕੀਤਾ, ਚੌਥਾ ਭਾਗ ਤੇ ਸੀ, ਚੌਥਾ ਏ ਉਸ ਨੂੰ ਨਾਮ ਦੇ ਦਿੱਤਾ ਗਿਆ, ਤੇ ਧਾਰਾ 51 ਏ ਜਾਂ 51 ਊੜਾ ਵਿੱਚ ਇਸ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿਸ ਅਧੀਨ ਸੰਵਿਧਾਨ ਵਿੱਚ 10 ਮੌਲਿਕ ਕਰਤੱਵ ਪਹਿਲੇ ਜਿਹੜੇ ਸੀਗੇ ਉਹ ਜਿਹੜੇ ਉਸ ਨੂੰ ਸ਼ਾਮਿਲ ਕੀਤੇ ਗਏ ਉਸ ਸਮੇਂ। ਇਸ ਤੋਂ ਬਾਅਦ ਦਸੰਬਰ 2002 ਵਿੱਚ 86ਵੀਂ ਸੋਧ ਕੀਤੀ ਗਈ, ਜਿਸ ਵਿੱਚ ਸੋਧ ਦੇ ਦੁਆਰਾ ਸੰਵਿਧਾਨ ਵਿੱਚ 11ਵਾਂ ਇੱਕ ਹੋਰ ਮੌਲਿਕ ਕਰਤੱਵ ਜਿਹੜਾ ਹੈ ਮੌਲਿਕ ਕਰਤੱਵਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਸੋ ਇਸ ਤਰ੍ਹਾਂ ਮੌਲਿਕ ਕਰਤੱਵਾਂ ਦੀ ਸੰਖਿਆ ਹੁਣ ਕਿੰਨੀ ਹੋ ਗਈ ਹੈ? 11 ਹੋ ਗਈ ਹੈ। ਮੌਲਿਕ ਕਰਤੱਵ 11 ਕਿਹੜੇ-ਕਿਹੜੇ ਹਨ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾ ਮੌਲਿਕ ਕਰਤੱਵ ਹੈ ਸੰਵਿਧਾਨ ਦੀ ਪਾਲਣਾ ਕਰਨਾ, ਇਸ ਦੇ ਆਦਰਸ਼ਾਂ, ਸੰਸਥਾਵਾਂ, ਰਾਸ਼ਟਰੀ ਝੰਡੇ ਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ। To abide by the Constitution and respect its idols, institutions, national flag and national anthem। ਸੰਵਿਧਾਨ ਰਾਜ ਦਾ ਸਰਵਉੱਚ ਕਾਨੂੰਨ ਹੁੰਦਾ ਹੈ, ਜਿਸ ਦੇ ਅਨੁਸਾਰ ਰਾਜ ਦਾ ਸ਼ਾਸਨ ਚਲਾਇਆ ਜਾਂਦਾ ਹੈ। ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ। ਇਹ ਤੁਹਾਨੂੰ ਬੇਟੇ ਸਾਰਿਆਂ ਨੂੰ ਹੁਣ ਪਤਾ ਚੱਲ ਹੀ ਗਿਆ ਹੋਇਆ। ਇਸ ਸੰਵਿਧਾਨ ਦਾ ਨਿਰਮਾਣ ਕੁਝ ਵਿਸ਼ੇਸ਼ ਆਦਰਸ਼ਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ। ਇਸ ਲਈ ਹਰ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਸੰਵਿਧਾਨ ਦਾ ਸਤਿਕਾਰ ਕਰੇ। ਰਾਸ਼ਟਰੀ ਝੰਡਾ, ਰਾਸ਼ਟਰੀ ਗੀਤ ਹਰ ਦੇਸ਼ ਦੀ ਬੜਮੁੱਲੀ ਸੰਪਤੀ ਹਨ, ਇਸ ਲਈ ਹਰ ਭਾਰਤੀ ਦਾ ਇਹ ਕਰਤੱਵ ਹੈ ਕਿ ਉਹਨਾਂ ਦਾ ਸਤਿਕਾਰ ਕਰੇ, ਰਾਸ਼ਟਰੀ ਝੰਡੇ ਦਾ ਵੀ ਸਤਿਕਾਰ ਕਰੇ ਅਤੇ ਰਾਸ਼ਟਰੀ ਗੀਤ ਦਾ ਵੀ ਸਤਿਕਾਰ ਕਰੇ। ਸਾਡੇ ਦੇਸ਼ ਦੀ ਬੜਮੁੱਲੀ ਸੰਪਤੀ ਮੰਨੇ ਜਾਂਦੇ ਹਨ। ਇਹ ਸਾਡਾ ਪਹਿਲਾ ਕਰਤੱਵ ਮੰਨਿਆ ਜਾਂਦਾ ਹੈ। ਦੂਸਰਾ, ਸੁਤੰਤਰਤਾ ਲਈ ਕੀਤੇ ਗਏ ਰਾਸ਼ਟਰੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਸਨਮਾਨ ਕਰਨਾ ਅਤੇ ਪਾਲਣ ਕਰਨਾ। ਟੂ ਚੈਰਿਸ਼ ਐਂਡ ਫੋਲੋ ਦ ਨੋਬਲ ਆਈਡਲਸ ਵਿਚ ਇੰਸਪਾਇਰਡ ਆਵਰ ਨੈਸ਼ਨਲ ਸਟਰਗਲ ਫॉर ਫਰੀडम। ਕਾਫੀ ਲੰਬੇ ਸਮੇਂ ਤੋਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇੱਕ ਲੰਬੇ ਸੰਘਰਸ਼ ਪਿੱਛੋਂ ਉਹਨੇ ਭਾਰਤ ਨੇ ਜਿਹੜੀ ਇਸ ਗੁਲਾਮੀ ਤੋਂ ਮੁਕਤੀ ਪ੍ਰਾਪਤ ਕੀਤੀ ਸੀ। ਸੁਤੰਤਰਤਾ ਪ੍ਰਾਪਤ ਕਰਨ ਲਈ ਕੀਤਾ ਗਿਆ ਲੰਬਾ ਸੰਘਰਸ਼ ਕੁਝ ਵਿਸ਼ੇਸ਼ ਆਦਰਸ਼ਾਂ 'ਤੇ ਆਧਾਰਿਤ ਸੀ। ਇਹ ਵਿਸ਼ੇਸ਼ ਆਦਰਸ਼ਾਂ ਨੂੰ ਹੀ ਇਸ ਸੰਘਰਸ਼ ਨੂੰ ਉਤਸ਼ਾਹਿਤ ਕੀਤਾ ਸੀ। ਜਿਹੜੇ ਉਹ ਆਦਰਸ਼ ਸੀ ਜਿਸ ਨੂੰ ਅਸੀਂ ਜਿਹੜਾ ਹੈ ਗੁਲਾਮੀ ਤੋਂ ਜਿਹੜੀ ਹੈ ਆਜ਼ਾਦੀ ਪ੍ਰਾਪਤ ਕੀਤੀ ਸੀ, ਜਿਵੇਂ ਸੰਵਿਧਾਨਿਕ ਸਾਧਨਾ 'ਤੇ ਵਿਸ਼ਵਾਸ, ਅਹਿੰਸਾ,
ਭਾਈਚਾਰਾ, ਰਾਸ਼ਟਰੀ ਏਕਤਾ, ਅਜਿਹੇ ਬਹੁਤ ਸਾਰੇ ਆਦਰਸ਼ ਇਹਨਾਂ ਦੇ ਜਿਹੜੇ ਹਨ ਸ਼ਾਮਿਲ ਹਨ। ਅਜਿਹੇ ਹੋਰ ਵੀ ਬਹੁਤ ਸਾਰੇ ਆਦਰਸ਼ ਜੋ ਕਿ ਸਾਡੇ ਰਾਸ਼ਟਰੀ ਸੰਘਰਸ਼ ਦੇ ਅਟੁੱਟ ਅੰਗ ਮੰਨੇ ਜਾਂਦੇ ਸਨ। ਯਾਨੀ ਇਹਨਾਂ ਨੂੰ ਹੀ ਲੈ ਕੇ, ਇਹਨਾਂ ਆਦਰਸ਼ਾਂ ਤੇ ਚੱਲ ਕੇ ਹੀ ਸੀ ਦੇਸ਼ ਨੂੰ ਆਜ਼ਾਦ ਕਰਵਾਇਆ ਸਾਡੇ ਸੰਵਿਧਾਨ ਜਿਹੜੇ ਸਨ ਸੁਤੰਤਰਤਾ ਸੈਨਾਨੀਆਂ ਨੇ। ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਹਨਾਂ ਆਦਰਸ਼ਾਂ ਨੂੰ ਅਸੀਂ ਭੁੱਲ ਗਏ, ਸਾਨੂੰ ਬਾਅਦ 'ਚ ਇਹਨਾਂ ਦੀ ਕੋਈ ਮਹੱਤਤਾ ਨਜ਼ਰ ਨਹੀਂ ਆਈ। ਇਸੇ ਕਰਕੇ ਮੌਲਿਕ ਕਰਤੱਵਾਂ ਵਾਲੇ ਭਾਗ ਵਿੱਚ ਇਹ ਭਾਗ ਅੰਕਿਤ ਕੀਤਾ ਗਿਆ ਕਿ ਹਰੇਕ ਭਾਰਤੀ ਦਾ ਇਹ ਕਰਤੱਵ ਹੋਏਗਾ ਕਿ ਉਹ ਸੁਤੰਤਰਤਾ ਦੀ ਪ੍ਰਾਪਤੀ ਲਈ ਕੀਤੇ ਗਏ ਰਾਸ਼ਟਰੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਸਨਮਾਨ ਕਰੇਗਾ ਅਤੇ ਉਹਨਾਂ ਦੀ ਪਾਲਣਾ ਕਰੇਗਾ। ਤੀਸਰਾ ਸਾਡਾ ਮੌਲਿਕ ਕਰਤੱਵ ਹੈ ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਦਾ ਸਮਰਥਨ ਤੇ ਰੱਖਿਆ ਕਰਨੀ। ਟੂ ਅਪਹੋਲਡ ਐਂਡ ਪ੍ਰੋਟੈਕਟ ਦਾ ਸੋਵਰੇਨਿਟੀ, ਯੂਨਿਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ। ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੀ ਭਾਰਤ ਨੂੰ ਪ੍ਰਭੂਤਾਸ਼ਾਲੀ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ। ਤੁਹਾਨੂੰ ਸਾਰਿਆਂ ਨੂੰ ਪਤਾ, ਪ੍ਰਸਤਾਵਨਾ ਵਾਲੇ ਪਾਠ 'ਚ ਤੁਸੀਂ ਪੜ੍ਹਿਆ ਹੀ ਹੋਇਆ ਹੈ ਕਿ ਭਾਰਤ ਵਿੱਚ ਪ੍ਰਸਤਾਵਨਾ ਵਿੱਚ ਭਾਰਤ ਨੂੰ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਰਿਪਬਲਿਕ ਜਿਹੜਾ ਹੈ ਘੋਸ਼ਿਤ ਕੀਤਾ ਗਿਆ ਹੈ। ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਭਾਰਤ ਪ੍ਰਭੂਤਾਸ਼ਾਲੀ ਰਾਜ ਨਹੀਂ ਸੀ। ਜਦੋਂ ਭਾਰਤ ਸੰਵਿਧਾਨ ਲਾਗੂ ਨਹੀਂ ਹੋਇਆ ਸੀ, ਅਸੀਂ ਕਿਹਦੇ ਅਧੀਨ ਸੀ? ਅਸੀਂ ਅੰਗਰੇਜ਼ਾਂ ਦੇ ਅਧੀਨ ਸੀ। ਪਰ 26 ਜਨਵਰੀ 1950 ਤੋਂ ਭਾਰਤ ਨੇ ਪੂਰਨ ਰੂਪ ਵਿੱਚ ਪ੍ਰਭੂਤਾਸ਼ਾਲੀ ਰਾਜ ਦੀ ਹਸਤੀ ਜਿਹੜੀ ਹੈ ਗ੍ਰਹਿਣ ਕਰ ਲਿੱਤੀ ਹੈ। ਹੁਣ ਭਾਰਤ ਕੀ ਹੈ? ਇੱਕ ਪ੍ਰਭੂਤਾਸ਼ਾਲੀ ਰਾਜ ਹੈ, ਇੱਕ ਵਿਸ਼ਾਲ ਰਾਜ ਹੈ। ਇਸ ਦੇਸ਼ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਜਿਹੜੀਆਂ ਲੋਕਾਂ ਵਿੱਚ ਪਾਈਆਂ ਜਾਂਦੀਆਂ ਹਨ। ਸਾਡਾ ਇੱਕ ਸਾਂਝਾ ਜਿਹੜਾ ਹੈ ਸੰਵਿਧਾਨ ਹੈ, ਇੱਕ ਰਾਸ਼ਟਰੀ ਸਾਡੀ ਭਾਸ਼ਾ ਹੈ ਅਤੇ ਇੱਕ ਸਾਡਾ ਇਤਿਹਾਸ ਹੈ। ਵੱਖ-ਵੱਖ ਧਰਮਾਂ, ਜਾਤੀਆਂ, ਨਸਲਾਂ ਆਦਿ ਦੇ ਹੁੰਦੇ ਹੋਏ ਵੀ ਅਸੀਂ ਸਾਰੇ ਭਾਰਤੀ ਹਾਂ। ਪਰ ਦੁੱਖ ਦੀ ਗੱਲ ਇਹ ਹੈ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਅੰਦਰੂਨੀ ਅਤੇ ਬਾਹਰੀ ਬਹੁਤ ਸਾਰੇ ਖਤਰੇ ਹਨ। ਅਸੀਂ ਭਾਰਤ ਵਿੱਚ ਏਕਤਾ ਤੇ ਅਖੰਡਤਾ ਨੂੰ ਕਾਇਮ ਕਰਨ ਲਈ ਦ੍ਰਿੜ ਸੰਕਲਪ ਕੀਤਾ ਹੋਇਆ ਹੈ ਕਿ ਅਸੀਂ ਭਾਰਤ ਵਿੱਚ ਏਕਤਾ ਤੇ ਅਖੰਡਤਾ ਸਥਾਪਿਤ ਕਰਾਂਗੇ। ਪਰੰਤੂ ਅੱਜ ਵੀ ਆਮ ਨਾਗਰਿਕਾਂ ਨੂੰ ਇਹ ਯਾਦ ਦਿਵਾਉਣ ਦੇ ਲਈ ਹੀ ਅਸੀਂ ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਦੀ ਰਾਖੀ ਕਰਨੀ ਹੈ। ਇਸ ਕਰਕੇ ਹੀ ਇਹ ਕਰਤੱਵ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਸੀ। ਕੀ ਸਾਡਾ ਤੀਸਰਾ ਕਰਤੱਵ ਹੋ ਗਿਆ ਕਿ ਭਾਰਤ ਦੀ ਏਕਤਾ, ਪ੍ਰਭੂਸੱਤਾ ਤੇ ਅਖੰਡਤਾ ਦੀ ਰਾਖੀ ਕਰਨਾ ਇਹ ਸਾਡਾ ਕਰਤੱਵ ਹੈ। ਚੌਥਾ ਸਾਡਾ ਕਰਤੱਵ, ਮੌਲਿਕ ਕਰਤੱਵ ਕੀ ਹੈ? ਦੇਸ਼ ਦੀ ਰਾਖੀ ਕਰਨਾ ਤੇ ਲੋੜ ਸਮੇਂ ਰਾਸ਼ਟਰੀ ਸੇਵਾ ਕਰਨਾ। ਟੂ ਡਿਫੈਂਡ ਦ ਕੰਟਰੀ ਐਂਡ ਰੈਂਡਰ ਨੈਸ਼ਨਲ ਸਰਵਿਸ ਵੈਨ ਕਾਲਡ ਅਪਨ ਟੂ ਡੂ ਸੋ। ਸਾਡਾ ਭਾਰਤ ਸਾਡਾ ਦੇਸ਼ ਹੈ ਤੇ ਸਾਨੂੰ ਜਿਹੜਾ ਹੈ ਇਸ ਦਾ ਨਾਗਰਿਕ ਹੋਣ ਤੇ ਮਾਣ ਹੈ। ਸਾਨੂੰ ਸਾਰੇ ਭਾਰਤੀਆਂ ਨੂੰ ਮਾਣ ਹੈ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ। ਰਾਜ ਸਾਡੇ ਜਾਨ, ਮਾਲ ਤੇ ਧਨ ਦੀ ਰਾਖੀ ਕਰਦਾ ਹੈ ਤੇ ਸਾਡੇ ਜੀਵਨ ਨੂੰ ਵਧੀਆ ਬਣਾਉਣ ਲਈ ਵਚਨਬੱਧ ਹੈ। ਇਸ ਦੇ ਬਦਲੇ ਵਿੱਚ ਸਾਡਾ ਸਾਰਿਆਂ ਦਾ ਕੀ ਕਰਤੱਵ ਬਣਦਾ ਹੈ ਕਿ ਅਸੀਂ ਵੀ ਉਸ ਰਾਜ ਦੀ ਰਾਖੀ ਕਰੀਏ ਜਿਹੜਾ ਸਾਡੀ ਰਾਖੀ ਕਰ ਰਿਹਾ ਹੈ। ਲੋੜ ਪੈਣ ਤੇ ਸਾਨੂੰ ਰਾਸ਼ਟਰੀ ਸੇਵਾ ਭਾਵ ਦੇਸ਼ ਦੀ ਸੇਵਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਸੰਯੁਕਤ ਰਾਜ ਅਮਰੀਕਾ ਤੇ ਹੋਰ ਵੀ ਕਈ ਐਸੇ ਦੇਸ਼ ਹਨ ਜਿਹਦੇ ਵਿੱਚ ਸਰੀਰਕ ਪੱਖ ਤੋਂ ਹਰੇਕ ਯੋਗ ਨਾਗਰਿਕ ਲਈ ਕੁਝ ਸਮੇਂ ਲਈ ਸੈਨਿਕ ਸੇਵਾ ਕਰਨੀ ਲਾਜ਼ਮੀ ਹੈ। ਕਈ ਦੇਸ਼ਾਂ ਨੇ ਲਾਜ਼ਮੀ ਕੀਤਾ ਹੋਇਆ ਹੈ ਕਿ ਆਪਣੇ ਦੇਸ਼ ਦੀ ਸੇਵਾ ਜਿਹੜੀ ਹੈ ਤੁਹਾਨੂੰ ਇੱਕ ਵਾਰੀ ਕਰਨੀ ਜਿਹੜੀ ਹੈ ਜ਼ਰੂਰ ਤੁਹਾਨੂੰ ਕਰਨੀ ਹੀ ਪਵੇਗੀ, ਉੱਥੇ ਜ਼ਰੂਰੀ ਹੈ। ਪਰ ਸਾਡੇ ਦੇਸ਼ ਵਿੱਚ ਅਜਿਹਾ ਕੋਈ ਵੀ ਸਾਡੀ ਵਿਵਸਥਾ ਨਹੀਂ ਕੀਤੀ ਗਈ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਹੀ ਮੌਲਿਕ ਕਰਤੱਵਾਂ ਵਾਲੇ ਭਾਗ ਵਿੱਚ ਅੰਕਿਤ ਕੀਤਾ ਗਿਆ ਹੈ ਕਿ ਹਰੇਕ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਦੇਸ਼ ਦੀ ਰੱਖਿਆ ਕਰੇ ਅਤੇ ਜਦੋਂ ਵੀ ਉਸ ਨੂੰ ਕਿਹਾ ਜਾਵੇ ਉਹ ਦੇਸ਼ ਦੀ ਰਾਸ਼ਟਰੀ ਸੇਵਾ ਕਰਨ ਲਈ ਤਿਆਰ ਰਹੇ। ਪੰਜਵਾਂ ਸਾਡਾ ਮੌਲਿਕ ਕਰਤੱਵ ਹੈ ਧਾਰਮਿਕ, ਭਾਸ਼ਾਈ ਅਤੇ ਖੇਤਰੀ ਵਿਭਿੰਨਤਾਵਾਂ ਤੋਂ ਉੱਪਰ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿੱਚ ਮੇਲ ਮਿਲਾਪ ਤੇ ਸਾਂਝੇ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ। To promote harmony and the spirit of common brotherhood amongst all the people of India and to renounce practices derogatory to the dignity of women। ਯਾਨੀ ਭਾਰਤ ਕਹਿੰਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਵੱਖ-ਵੱਖ ਧਰਮਾਂ, ਜਾਤਾਂ, ਨਸਲਾਂ, ਭਾਸ਼ਾਵਾਂ ਆਦਿ ਬੋਲਣ ਵਾਲੇ ਲੋਕ ਰਹਿੰਦੇ ਹਨ। ਇਹਨਾਂ ਸਾਰਿਆਂ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਪਾਈ ਜਾਂਦੀਆਂ ਹਨ। ਇਹਨਾਂ ਭਿੰਨਤਾਂ ਦੇ ਹੁੰਦੇ ਹੋਏ ਆਪਸੀ ਭਾਈਚਾਰੇ ਦੀ ਭਾਵਨਾ ਦੇ ਵਿਕਾਸ ਦੇ ਰਸਤੇ ਵਿੱਚ ਰੁਕਾਵਟ ਬਣ ਜਾਂਦੀ ਕਿਉਂਕਿ ਇੰਨੀਆਂ ਭਿੰਨਤਾਵਾਂ ਭਾਈਚਾਰਾ ਸਥਾਪਿਤ ਨਹੀਂ ਹੋਣ ਦਿੰਦੀਆਂ। ਇਸ ਲਈ ਸਾਡਾ ਸਾਰਿਆਂ ਦਾ ਇਹ ਕਰਤੱਵ ਹੈ ਕਿ ਅਸੀਂ ਆਪਸੀ ਮੇਲ-ਜੋਲ, ਪਿਆਰ ਤੇ ਭਾਵਨਾਵਾਂ ਨੂੰ ਵਿਕਸਿਤ ਕਰੀਏ, ਰਾਸ਼ਟਰੀ ਏਕਤਾ ਤੇ ਅਖੰਡਤਾ ਦੀ ਭਾਵਨਾਵਾਂ ਨੂੰ ਬੜਾਵਾ ਦਈਏ।
ਇਸ ਦੇ ਨਾਲ ਹੀ ਸਾਡਾ ਇਹ ਵੀ ਕਰਤੱਵ ਬਣਦਾ ਹੈ ਕਿ ਅਸੀਂ ਅਜਿਹੀ ਰੀਤੀਆਂ ਦਾ ਤਿਆਗ ਕਰ ਦਈਏ ਜਿਹੜੀਆਂ ਕਿ ਇਸਤਰੀਆਂ ਦੀ ਨਿਰਾਦਰੀ ਕਰਦੀਆਂ ਹਨ। ਤੁਹਾਨੂੰ ਪਤਾ ਨਾ, ਇਸਤਰੀਆਂ ਦੀ ਨਿਰਾਦਰੀ ਕਰਨ ਲਈ ਪਹਿਲਾਂ ਬਹੁਤ ਸਾਰੀਆਂ ਐਸੀਆਂ ਪ੍ਰਥਾਵਾਂ ਚੱਲੀਆਂ ਹੋਈਆਂ ਸੀ, ਜਿਵੇਂ ਬਾਲ ਵਿਵਾਹ ਕਰ ਦਿੱਤਾ ਜਾਂਦਾ ਸੀ, ਵਿਧਵਾ ਵਿਵਾਹ ਦੀ ਮਨਾਹੀ ਸੀ, ਦਹੇਜ ਪ੍ਰਥਾ, ਬਹੁਤ ਸਾਰੀਆਂ ਐਸੀਆਂ ਜਿਹੜੀਆਂ ਸੀ ਇਸਤਰੀਆਂ ਦੀ ਨਿਰਾਦਰੀ ਕਰਦੀਆਂ ਸੀ। ਸੋ ਅਜਿਹੀ ਰੀਤੀਆਂ ਦਾ ਸਾਨੂੰ ਕੀ ਕਰ ਦੇਣਾ ਚਾਹੀਦਾ ਹੈ? ਤਿਆਗ ਕਰ ਦੇਣਾ ਚਾਹੀਦਾ ਹੈ। ਭਾਰਤੀ ਸਮਾਜ ਵਿੱਚ ਇਸਤਰੀਆਂ ਨੂੰ ਆਮ ਤੌਰ ਤੇ ਘਟੀਆ ਦਰਜਾ ਦਿੱਤਾ ਜਾਂਦਾ ਸੀ, ਪਰੰਤੂ ਸੁਤੰਤਰ ਭਾਰਤ ਵਿੱਚ ਮਰਦਾਂ ਅਤੇ ਇਸਤਰੀਆਂ ਦਾ ਕੋਈ ਫਰਕ ਨਹੀਂ ਕੀਤਾ ਜਾਂਦਾ ਹੈ। ਇਸਤਰੀਆਂ ਤੇ ਮਾਣ ਅਤੇ ਸੱਭਿਆਚਾਰ ਜਿਹੜਾ ਉਹਨਾਂ ਦਾ ਸਤਿਕਾਰ ਕਾਇਮ ਰੱਖਣਾ ਹਰ ਵਿਅਕਤੀ ਦਾ ਕਰਤੱਵ ਮੰਨਿਆ ਜਾਂਦਾ ਹੈ। ਇਹ ਸਾਡੇ ਪੰਜਵੇਂ ਜਿਹੜੇ ਹੈ ਮੌਲਿਕ ਕਰਤੱਵ ਵਿੱਚ ਕਿਹਾ ਗਿਆ ਹੈ। ਛੇਵਾਂ ਮੌਲਿਕ ਕਰਤੱਵ ਕੀ ਹੈ? ਸੰਯੁਕਤ ਸੱਭਿਆਚਾਰ ਦੇ ਸ਼ਾਨਦਾਰ ਵਿਰਸੇ ਦਾ ਆਦਰ ਕਰਨਾ ਤੇ ਇਸ ਨੂੰ ਕਾਇਮ ਰੱਖਣਾ। ਟੂ ਵੈਲਿਊ ਐਂਡ ਪ੍ਰੀਜ਼ਰਵ ਦਾ ਰਿਚ ਹੈਰੀਟੇਜ ਆਵਰ ਕੰਪੋਜ਼ਿਟ ਕਲਚਰ। ਭਾਰਤ ਦਾ ਵਿਰਸਾ ਅਤੇ ਸੱਭਿਆਚਾਰ ਕਹਿੰਦਾ ਬਹੁਤ ਹੀ ਅਮੀਰ ਅਤੇ ਮਹਾਨ ਹੈ, ਪਰ ਅਫਸੋਸ ਦੀ ਗੱਲ ਕੀ ਹੈ ਕਿ ਹੌਲੀ ਹੌਲੀ ਅਸੀਂ ਇਹਨਾਂ ਵਿੱਚੋਂ ਮੂੰਹ ਮੋੜਦੇ ਜਾ ਰਹੇ ਹਾਂ, ਆਪਣੇ ਸੱਭਿਆਚਾਰ ਦਾ ਹੁਣ ਉਹਨਾਂ ਸਨਮਾਨ ਨਹੀਂ ਕਰ ਰਹੇ ਹਾਂ ਤੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੂੰ ਅਸੀਂ ਗ੍ਰਹਿਣ ਕਰਦੇ ਜਾ ਰਹੇ ਹਾਂ। ਇਸ ਵਿੱਚ ਕਹਿੰਦਾ ਕੋਈ ਸੰਦੇਹ ਨਹੀਂ ਹੈ ਕਿ ਪੱਛਮੀ ਸੱਭਿਅਤਾ ਦੇ ਆਕਰਸ਼ਕ ਪ੍ਰਭਾਵਾਂ ਨੇ ਭਾਰਤੀ ਸੱਭਿਆਚਾਰ ਨੂੰ ਕਾਫੀ ਹੱਦ ਤੱਕ ਮਨਾਂ ਤੋਂ ਜਿਹੜਾ ਹੈ ਗਾਇਬ ਕਰਤਾ ਹੈ, ਲੋਪ ਕਰ ਦਿੱਤਾ ਹੈ। ਔਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤੀ ਸੱਭਿਆਚਾਰ ਪੱਛਮੀ ਸੱਭਿਆਚਾਰ ਨਾਲੋਂ ਹਰ ਪੱਖੋਂ ਸ਼੍ਰੇਸ਼ਟ ਹੈ, ਚਾਹੇ ਉਹ ਜਿੰਨਾ ਮਰਜ਼ੀ ਆਕਰਸ਼ਕ ਹੋਵੇ ਪੱਛਮੀ ਸੱਭਿਆਚਾਰ। ਅਗਰ ਆਪਾਂ ਦੇਖੀਏ ਵੈਲਿਊ ਕਿਹਦੀ ਹੈ, ਮਹੱਤਵ ਕਿਹਦੀ ਹੈ, ਤਾਂ ਸਾਡਾ ਭਾਰਤੀ ਸੱਭਿਆਚਾਰ ਪੱਛਮੀ ਸੱਭਿਆਚਾਰ ਨਾਲੋਂ ਕਾਫੀ ਜਿਹੜਾ ਹੈ ਉੱਤਮ ਮੰਨਿਆ ਜਾਂਦਾ ਹੈ। ਲੋੜ ਸਿਰਫ ਕੀ ਹੈ? ਇਸ ਸੱਭਿਆਚਾਰ ਦੇ ਸ਼ਾਨਦਾਰ ਵਿਰਸੇ ਤੋਂ ਭਾਰਤੀ ਯੁਵਕਾਂ ਨੂੰ ਜਾਣੂ ਕਰਵਾਉਣਾ, ਯੁਵਕਾਂ ਨੂੰ ਇਸ ਦੇ ਬਾਰੇ ਵਿੱਚ ਪਤਾ ਲੱਗੇ ਕਿ ਭਾਰਤੀ ਸੱਭਿਆਚਾਰ ਦੀ ਮਹੱਤਤਾ ਕੀ ਹੈ। ਇਸ ਮੰਤਵ ਲਈ ਭਾਰਤ ਸਰਕਾਰ ਨੇ ਮੌਲਿਕ ਕਰਤੱਵਾਂ ਵਾਲੇ ਭਾਗ ਵਿੱਚ ਅੰਕਿਤ ਕੀਤਾ ਹੈ ਕਿ ਹਰੇਕ ਭਾਰਤੀ ਨਾਗਰਿਕ ਦਾ ਇਹ ਕਰਤੱਵ ਹੋਏਗਾ ਕਿ ਉਹ ਸੰਯੁਕਤ ਸੱਭਿਆਚਾਰ ਵਿਰਸੇ ਦਾ ਆਦਰ ਕਰੇ ਅਤੇ ਉਸ ਨੂੰ ਕਾਇਮ ਰੱਖੇ। ਸੱਤਵਾਂ ਸਾਡਾ ਮੌਲਿਕ ਕਰਤੱਵ ਕੀ ਹੈ? ਜੰਗਲਾਂ, ਝੀਲਾਂ, ਨਦੀਆਂ, ਜੰਗਲੀ ਜੀਵਨ ਤੇ ਕੁਦਰਤੀ ਵਾਤਾਵਰਣ ਦੀ ਰੱਖਿਆ ਕਰਨੀ। ਜੰਗਲੀ ਜੀਵ ਜੰਤੂਆਂ ਦੇ ਪ੍ਰਤੀ ਦਇਆ ਦੀ ਭਾਵਨਾ ਰੱਖਣੀ। ਟੂ ਪ੍ਰੋਟੈਕਟ and improve the natural environment including forests, lakes, rivers and wildlife and to have compassion for living creatures। ਸੋ ਇਹ ਸਾਡਾ ਸੱਤਵਾਂ ਮੌਲਿਕ ਕਰਤੱਵ ਵਿੱਚ ਕਿਹਾ ਗਿਆ ਹੈ ਕਿ ਸਾਡਾ ਭਾਰਤ ਜਿਹੜਾ ਹੈ ਕੁਦਰਤੀ ਸਾਧਨਾਂ ਵਿੱਚ ਬਹੁਤ ਹੀ ਅਮੀਰ ਮੰਨਿਆ ਜਾਂਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਭਾਰਤ 'ਚ ਬਹੁਤ ਸਾਰੇ ਕੁਦਰਤੀ ਸਾਧਨ ਹਨ। ਜੰਗਲ, ਦਰਿਆ, ਝੀਲਾਂ ਆਦਿ ਕੁਦਰਤੀ ਸਾਧਨ ਸਾਡੇ ਬਹੁਮੁੱਲੀ ਖਜ਼ਾਨੇ ਮੰਨੇ ਜਾਂਦੇ ਹਨ ਤੇ ਦੇਸ਼ ਦਾ ਆਰਥਿਕ ਵਿਕਾਸ ਜਿਹੜਾ ਹੈ ਕਾਫੀ ਹੱਦ ਤੱਕ ਇਹਨਾਂ ਸਾਧਨਾਂ ਤੇ ਨਿਰਭਰ ਵੀ ਕਰਦਾ ਹੈ। ਇਸ ਲਈ ਸਾਨੂੰ ਇਹਨਾਂ ਕੁਦਰਤੀ ਸਾਧਨਾਂ ਦੀ ਰੱਖਿਆ ਕਰਨੀ ਬਹੁਤ ਹੀ ਜ਼ਰੂਰੀ ਹੈ। ਇਸ ਦੇ ਨਾਲ ਨਾਲ ਕੁਦਰਤੀ ਸਾਧਨਾਂ ਦੀ ਰੱਖਿਆ ਦੇ ਨਾਲ ਨਾਲ ਸਾਨੂੰ ਜੀਵ ਜੰਤੂਆਂ ਦੇ ਪ੍ਰਤੀ ਵੀ ਦਇਆ ਦੀ ਭਾਵਨਾ ਰੱਖਣੀ ਚਾਹੀਦੀ ਹੈ। ਇਸ ਕਰਕੇ ਸਾਡੇ ਸੰਵਿਧਾਨ ਵਿੱਚ ਕੀ ਕਿਹਾ ਗਿਆ ਹੈ? ਕੁਦਰਤੀ ਸਾਧਨਾਂ, ਕੁਦਰਤੀ ਵਾਤਾਵਰਣ, ਜੰਗਲੀ ਜੀਵਾਂ ਪ੍ਰਤੀ ਦਇਆ ਦੀ ਭਾਵਨਾ ਰੱਖਣਾ ਹਰੇਕ ਨਾਗਰਿਕ ਦਾ ਮੌਲਿਕ ਕਰਤੱਵ ਦੱਸਿਆ ਜਾਂਦਾ ਹੈ। ਸਾਡਾ ਅੱਠਵਾਂ ਮੌਲਿਕ ਕਰਤੱਵ ਕੀ ਹੈ? ਵਿਗਿਆਨਿਕ ਦ੍ਰਿਸ਼ਟੀਕੋਣ, ਮਾਨਵਵਾਦ ਅਤੇ ਜਾਂਚ ਕਰਨ ਤੇ ਸੁਧਾਰ ਦੀ ਭਾਵਨਾ ਨੂੰ ਵਿਕਸਿਤ ਕਰਨਾ। ਟੂ ਡਿਵੈਲਪ ਦਾ ਸਾਇੰਟੀਫਿਕ ਟੈਂਪਰ, ਹਿਊਮਨਿਜ਼ਮ ਐਂਡ ਦਾ ਸਪਿਰਿਟ ਆਫ ਇਕੁਐਰੀ ਐਂਡ ਰਿਫਾਰਮ। ਯਾਨੀ ਭਾਰਤ ਵਿੱਚ ਵਿੱਦਿਆ ਦਾ ਪ੍ਰਸਾਰ ਕਹਿੰਦਾ ਹਾਲੇ ਤੱਕ ਬਹੁਤ ਜ਼ਿਆਦਾ ਵਿਕਸਿਤ ਨਹੀਂ ਹੋਇਆ। ਬਹੁਤ ਸਾਰੇ ਲੋਕ ਪੁਰਾਣੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ। ਮਤਲਬ ਸਾਰੇ ਜਿਹੜੇ ਹਨ ਉਹ ਆਧੁਨਿਕ ਵਿਚਾਰਾਂ ਵਾਲੇ ਨਹੀਂ ਹਨ। ਬਹੁਤ ਸਾਰੇ ਜਿਹੜੇ ਲੋਕ ਹਨ ਪੁਰਾਣੇ ਵਹਿਮਾਂ ਭਰਮਾਂ ਵਿੱਚ ਵੀ ਫਸੇ ਹੋਏ ਹਨ। ਇਸ ਕਰਕੇ ਉਹ ਆਪਣੇ ਜੀਵਨ ਵਿੱਚ ਉਚਿਤ ਵਿਕਾਸ ਨਹੀਂ ਕਰ ਪਾ ਰਹੇ ਹਨ। ਇਸ ਲਈ ਉਹਨਾਂ ਨੂੰ ਇਹਨਾਂ ਵਹਿਮਾਂ ਭਰਮਾਂ ਤੋਂ ਬਾਹਰ ਕੱਢਣ ਦੀ ਲੋੜ ਹੈ। ਉਹਨਾਂ ਦੇ ਅੰਦਰ ਵਿਗਿਆਨਿਕ ਸੁਭਾਅ ਦੀ ਜਿਹੜੀ ਘਾਟ ਹੈ ਵਧੇਰੇ ਕਰਕੇ ਜਿਹੜੇ ਹਨ ਇਹ ਧਾਰਮਿਕ ਤੇ ਅੰਧ ਵਿਸ਼ਵਾਸਾਂ ਕਰਕੇ ਹੀ ਇਹ ਜਿਹੜੀ ਹਨ ਇਹ ਵਿਸ਼ਵਾਸ ਉਹਨਾਂ ਵਿੱਚ ਬਣਿਆ ਹੋਇਆ, ਤਾਂ ਉਹ ਜਿਹੜੇ ਹਨ ਉਹਨਾਂ ਭਰਮਾਂ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਹਨ। ਇਹ ਮਹਾਤਮਾ, ਸੰਤਾਂ, ਸਾਧੂਆਂ ਆਦਿ ਦੇ ਪਿੱਛੇ ਲੱਗ ਕੇ ਆਪਣਾ ਬੜਮੁੱਲਾ ਸਮਾਂ ਨਸ਼ਟ ਕਰ ਦਿੰਦੇ ਹਨ। ਸੋ ਭਾਰਤੀ ਸਮਾਜ ਦਾ ਸਰਬਪੱਖੀ ਸੁਧਾਰ ਤਾਂ ਹੀ ਹੋ ਸਕਦਾ ਹੈ ਜੇਕਰ ਭਾਰਤੀ ਲੋਕ ਵਿਅਰਥ ਦੇ ਵਹਿਮਾਂ ਤੇ ਅੰਧ ਵਿਸ਼ਵਾਸਾਂ ਤੋਂ ਬਾਹਰ ਨਿਕਲਣ ਤੇ ਵਿਗਿਆਨਿਕ ਸੁਭਾਅ ਤੇ ਮਾਨਵਵਾਦ ਦੀ ਭਾਵਨਾ ਨੂੰ ਵਿਕਸਿਤ ਕਰਨ। ਇਸ ਕਰਕੇ ਸਾਡੇ ਮੌਲਿਕ ਕਰਤੱਵਾਂ ਵਾਲੇ ਭਾਗ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਹਰੇਕ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਵਿਗਿਆਨਿਕ ਸੁਭਾਅ, ਮਾਨਵਵਾਦ ਅਤੇ ਜਾਂਚ ਕਰਨ ਦੇ ਸੁਧਾਰ ਦੀ ਭਾਵਨਾ ਨੂੰ ਵਿਕਸਿਤ ਕਰੇ। ਸਾਡਾ ਨੌਵਾਂ ਮੌਲਿਕ ਕਰਤੱਵ ਕੀ ਹੈ? ਜਨਤਕ ਸੰਪत्ति ਦੀ ਰੱਖਿਆ ਕਰਨੀ ਤੇ ਹਿੰਸਾ ਨੂੰ ਤਿਆਗਣਾ।
ਪ੍ਰੋਟੈਕਸ਼ਨ ਆਫ ਪਬਲਿਕ ਪ੍ਰੋਪਰਟੀ ਐਂਡ ਟੂ ਐਬਜ਼ਰਵ ਵਾਇਲੈਂਸ। ਜਨਤਕ ਸੰਪत्ति ਦੀ ਰੱਖਿਆ ਤੁਹਾਨੂੰ ਪਤਾ ਹੀ ਹੈ, ਤੁਸੀਂ ਪੜ੍ਹਿਆ ਹੋਇਆ, ਦੋ ਤਰ੍ਹਾਂ ਦੀ ਸੰਪत्ति ਹੁੰਦੀ ਹੈ, ਸਾਰਵਜਨਿਕ ਸੰਪत्ति ਤੇ ਵਿਅਕਤੀਗਤ ਸੰਪत्ति। ਸਾਰਵਜਨਿਕ ਜਾਂ ਜਨਤਕ ਸੰਪत्ति ਕੀ ਹੁੰਦੀ ਹੈ? ਜਿਸ ਦਾ ਇਸਤੇਮਾਲ ਅਸੀਂ ਸਾਰੇ ਲੋਕ ਕਰਦੇ ਹਾਂ, ਜਿਹੜੇ ਰਾਜ ਵੱਲੋਂ ਜਿਹੜੀ ਹੈ ਬਣਾਈ ਜਾਂਦੀ ਹੈ। ਜਨਤਕ ਸੰਪत्ति ਸਮੁੱਚੇ ਸਮਾਜ ਦੀ ਸੰਪत्ति ਹੈ। ਇਸ ਨੂੰ ਬਣਾਉਣ ਵਿੱਚ ਦੇਸ਼ ਦੇ ਵਸਦੇ ਸਮਾਜ ਦੇ ਹਰ ਵਿਅਕਤੀ ਦਾ ਜਿਹੜਾ ਹੈ ਯੋਗਦਾਨ ਜ਼ਰੂਰ ਮੰਨਿਆ ਜਾਂਦਾ ਹੈ। ਪਰ ਦੁੱਖ ਦੀ ਗੱਲ ਕੀ ਹੈ? ਭਾਰਤੀ ਲੋਕ ਇਸ ਦੀ ਰੱਖਿਆ ਕਰਨ ਵਿੱਚ ਕੋਈ ਵੀ ਵਿਸ਼ੇਸ਼ ਧਿਆਨ ਨਹੀਂ ਰੱਖਦੇ ਹਨ। ਜਿਵੇਂ ਰੇਲਾਂ, ਬੱਸਾਂ, ਸਕੂਲ, ਕਾਲਜ, ਡਾਕਘਰ ਆਦਿ, ਇਹ ਸਾਰੇ ਹੀ ਸਾਡੇ ਜਨਤਕ ਸੰਪत्ति ਹਨ। ਇਹਨਾਂ ਦੀ ਰਾਖੀ ਕਰਨਾ ਸਾਡਾ ਕਰਤੱਵ ਮੰਨਿਆ ਜਾਂਦਾ ਹੈ। ਪਰ ਦੇਖਣ ਵਿੱਚ ਕੀ ਆਉਂਦਾ ਹੈ ਕਿ ਅਨੇਕਾਂ ਵਾਰੀ ਕੁਝ ਰਾਜਨੀਤਿਕ ਦਲਾਂ ਜਾਂ ਸਮੂਹਾਂ ਨੇ ਆਪਣੇ ਮੰਤਵ ਲਈ ਹਿੰਸਕ ਕਾਰਵਾਈਆਂ ਦਾ ਸਹਾਰਾ ਲੈਂਦੇ ਹਨ। ਅਜਿਹੀਆਂ ਹਿੰਸਕ ਕਾਰਵਾਈਆਂ ਦੀ ਵਰਤੋਂ ਸਮਾਜ ਦੇ ਸ਼ਾਂਤਮਈ ਵਾਤਾਵਰਣ ਨੂੰ ਭੰਗ ਕਰ ਦਿੰਦੀਆਂ ਹਨ। ਇਹ ਕਾਰਵਾਈਆਂ ਦੇਸ਼ ਨੂੰ ਅੱਗੇ ਵਧਣ ਨਹੀਂ ਦਿੰਦੀਆਂ ਹਨ। ਇਸ ਕਰਕੇ ਇਸ ਗੱਲ ਨੂੰ ਅਨੁਭਵ ਕਰਦੇ ਹੋਏ ਹੀ ਭਾਰਤ ਸਰਕਾਰ ਨੇ ਮੌਲਿਕ ਕਰਤੱਵਾਂ ਵਾਲੇ ਭਾਗ ਵਿੱਚ ਇਹ ਵਿਵਸਥਾ ਕੀਤੀ ਹੈ ਕਿ ਹਰੇਕ ਭਾਰਤੀ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਜਨਤਕ ਸੰਪत्ति ਦੀ ਰੱਖਿਆ ਕਰੇ ਅਤੇ ਹਿੰਸਾ ਦਾ ਤਿਆਗ ਕਰ ਦੇਵੇ। ਇਹ ਸਾਡੇ ਮੌਲਿਕ ਕਰਤੱਵਾਂ ਵਿੱਚ ਇਸ ਨੂੰ ਸ਼ਾਮਿਲ ਕੀਤਾ ਗਿਆ ਹੈ। 10ਵਾਂ ਮੌਲਿਕ ਕਰਤੱਵ ਸਾਡਾ ਕੀ ਹੈ? ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀਆਂ ਦੇ ਹਰੇਕ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਦਾ ਯਤਨ ਕਰਨਾ, ਤਾਂ ਜੋ ਰਾਸ਼ਟਰ ਯਤਨਾਂ ਅਤੇ ਪ੍ਰਾਪਤੀਆਂ ਦੇ ਉਚੇਰੇ ਪੱਧਰਾਂ ਵੱਲ ਨਿਰੰਤਰ ਵੱਧਦਾ ਰਹੇ। To strive towards excellence in all spheres of individual and collective activities, so that the nation constantly rises to the higher levels of endeavors and achievements। ਕਹਿੰਦਾ ਕੋਈ ਵੀ ਰਾਸ਼ਟਰ ਉਦੋਂ ਤੱਕ ਉੱਨਤੀ ਨਹੀਂ ਕਰ ਸਕਦਾ ਜਦੋਂ ਤੱਕ ਉਸ ਰਾਸ਼ਟਰ ਦੇ ਲੋਕਾਂ ਵਿੱਚ ਉੱਚ ਆਦਰਸ਼ ਪ੍ਰਾਪਤ ਕਰਨ ਦੀ ਲਗਨ ਨਾ ਹੋਵੇ। ਇਸ ਤੋਂ ਇਲਾਵਾ ਕਹਿੰਦਾ ਵਿਅਕਤੀ ਜਿਹੜਾ ਵੀ ਕੰਮ ਕਰਦਾ ਹੈ ਉਸ ਦਾ ਉਹ ਹਰ ਕੰਮ ਹਰ ਪੱਖ ਤੋਂ ਉੱਤਮਤਾ ਭਰਪੂਰ ਹੋਣਾ ਚਾਹੀਦਾ ਹੈ, ਤਾਂ ਜੋ ਹਰ ਨਾਗਰਿਕ ਰਾਸ਼ਟਰ ਦੇ ਨਿਰਮਾਣ ਵਿੱਚ ਆਪਣਾ ਸੁਚੱਜਾ ਯੋਗਦਾਨ ਦੇ ਸਕੇ। ਇਸ ਲਈ ਭਾਰਤੀ ਸੰਵਿਧਾਨ ਦੇ ਮੌਲਿਕ ਕਰਤੱਵਾਂ ਵਾਲੇ ਭਾਗ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਹਰੇਕ ਨਾਗਰਿਕ ਦਾ ਇਹ ਮੌਲਿਕ ਕਰਤੱਵ ਬਣਦਾ ਹੈ ਕਿ ਉਹ ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀ ਦੇ ਹਰੇਕ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਦਾ ਯਤਨ ਕਰੇ, ਤਾਂ ਜੋ ਸਾਡਾ ਦੇਸ਼, ਸਾਡਾ ਰਾਸ਼ਟਰ ਜਿਹੜਾ ਹੈ ਉਹ ਉਚੇਰੇ ਪੱਧਰਾਂ ਦੀ ਪ੍ਰਾਪਤੀ ਵੱਲ ਨਿਰੰਤਰ ਵੱਧਦਾ ਰਹੇ। ਸਾਡਾ 11ਵਾਂ ਮੌਲਿਕ ਕਰਤੱਵ ਜਿਹੜਾ ਕਿ 86ਵੀਂ ਸੋਧ ਰਾਹੀਂ ਜਿਹੜਾ ਸੀ ਸ਼ਾਮਿਲ ਕੀਤਾ ਗਿਆ ਸੀ, ਕੀ ਸੀਗਾ? ਮਾਤਾ ਪਿਤਾ ਦੁਆਰਾ ਆਪਣੇ ਬੱਚਿਆਂ ਨੂੰ ਵਿੱਦਿਆ ਪ੍ਰਾਪਤੀ ਕਰਨ ਦੇ ਮੌਕੇ ਪ੍ਰਦਾਨ ਕਰਨਾ। ਟੂ ਪ੍ਰੋਵਾਈਡ ਓਪਰਚੁਨਿਟੀਜ਼ ਕੰਸਰਨਿੰਗ ਦ ਐਜੂਕੇਸ਼ਨ ਟੂ ਚਿਲਡਰਨ ਬਾਈ ਦੇਅਰ ਪੈਰੈਂਟਸ। ਸੰਵਿਧਾਨ ਦੀ ਧਾਰਾ 45 ਦੇ ਅਧੀਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਸੰਵਿਧਾਨ ਨੂੰ ਲਾਗੂ ਹੋਣ ਦੇ 10 ਸਾਲ ਦੇ ਅੰਦਰ ਅੰਦਰ ਰਾਜ ਦੁਆਰਾ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਤਾਂ ਇਹ ਕਿਹਾ ਗਿਆ ਸੀ, ਜਦਕਿ ਸੰਵਿਧਾਨ ਦੀ ਧਾਰਾ ਦੇ ਲਾਗੂ ਹੋਣ ਦੇ 70 ਸਾਲ ਬਾਅਦ ਵੀ ਇਹ ਪ੍ਰਾਪਤੀ ਜਿਹੜੀ ਉਸ ਦੇਸ਼ ਦੇ ਵਿੱਚ ਦੇਸ਼ ਸਫਲ ਨਹੀਂ ਹੋ ਸਕਿਆ। ਅੰਤ ਵਿੱਚ ਇਸ ਉਦੇਸ਼ ਦੀ ਪੂਰਤੀ ਲਈ ਕੀ ਕੀਤਾ ਗਿਆ? ਦਸੰਬਰ 2002 ਵਿੱਚ ਸੰਵਿਧਾਨ ਵਿੱਚ 86ਵੀਂ ਸੋਧ ਕੀਤੀ ਗਈ, ਜਿਸ ਸੋਧ ਵਿੱਚ 6 ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਵਿੱਦਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਬਣਾ ਦਿੱਤਾ ਗਿਆ ਤੇ ਨਾਲ ਦੇ ਨਾਲ ਹੀ ਮੌਲਿਕ ਕਰਤੱਵਾਂ ਵਾਲੇ ਭਾਗ ਵਿੱਚ ਵੀ 11ਵੇਂ ਮੌਲਿਕ ਕਰਤੱਵ ਨੂੰ ਜਿਹੜਾ ਮੌਲਿਕ ਕਰਤੱਵਾਂ ਵਿੱਚ ਸ਼ਾਮਿਲ ਕੀਤਾ ਗਿਆ। ਕਿਹੜਾ 11ਵਾਂ ਮੌਲਿਕ ਕਰਤੱਵ ਹੈ? ਕਿ ਬੱਚਿਆਂ ਨੂੰ ਵਿੱਦਿਆ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ। ਇਹ ਮਾਤਾ ਪਿਤਾ ਦਾ ਕਰਤੱਵ ਜਿਹੜਾ ਹੈ ਬਣਾ ਦਿੱਤਾ ਗਿਆ। ਇਸ ਮੌਲਿਕ ਕਰਤੱਵ ਦੇ ਭਾਗ 4 ਏ ਅਤੇ ਅਨੁਛੇਦ 51 ਏ ਵਿੱਚ ਇਸ ਨੂੰ ਸ਼ਾਮਿਲ ਕੀਤਾ ਗਿਆ। ਸੰਵਿਧਾਨ ਵਿੱਚ ਇਹ ਵਿਵਸਥਾ ਕੀਤੀ ਗਈ ਕਿ ਹਰ ਨਾਗਰਿਕ ਦਾ ਇਹ ਮੌਲਿਕ ਕਰਤੱਵ ਹੈ ਕਿ ਉਹ ਆਪਣੇ ਬੱਚਿਆਂ ਨੂੰ, ਹਰ ਮਾਤਾ ਪਿਤਾ ਦਾ ਕਰਤੱਵ ਹੋਏਗਾ ਜਾਂ ਸਰਪ੍ਰਸਤ ਦਾ ਇਹ ਕਰਤੱਵ ਹੋਏਗਾ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੀਆਂ ਉਚਿਤ ਸਹੂਲਤਾਂ ਅਤੇ ਅਵਸਰ ਪ੍ਰਦਾਨ ਕਰੇ ਜਿਸ ਦੇ ਫਲਸਰੂਪ ਬੱਚੇ ਉਚਿਤ ਸਿੱਖਿਆ ਪ੍ਰਾਪਤ ਕਰ ਸਕਣ। ਸੋ ਇਹ ਸਾਡੇ 11 ਦੇ 11 ਮੌਲਿਕ ਕਰਤੱਵ ਹੋ ਗਏ। ਸਿੱਟਾ ਕੀ ਹੈ? ਕਹਿੰਦਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਵਿਧਾਨ ਵਿੱਚ ਸ਼ਾਮਿਲ ਮੌਲਿਕ ਕਰਤੱਵਾਂ ਵਿੱਚ ਅਨੇਕ ਕਮੀਆਂ ਪਾਈਆਂ ਗਈਆਂ ਹਨ, ਪਰੰਤੂ ਇਸ ਦੇ ਬਾਵਜੂਦ ਵੀ ਅਸੀਂ ਇਸ ਦੀ ਮਹੱਤਤਾ ਨੂੰ ਅੱਖਾਂ ਤੋਂ ਓਝਲ ਨਹੀਂ ਕਰ ਸਕਦੇ। ਸੰਵਿਧਾਨ ਵਿੱਚ ਸ਼ਾਮਿਲ ਮੌਲਿਕ ਕਰਤੱਵ ਉੱਚੇ ਆਦਰਸ਼ ਹਨ ਜਿਨ੍ਹਾਂ ਦੀ ਪਾਲਣਾ ਭਾਰਤ ਦੇ ਹਰ ਨਾਗਰਿਕ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਹਰ ਵਿਅਕਤੀ ਨੂੰ, ਹਰ ਵਿਦਿਆਰਥੀ ਨੂੰ ਇਸ ਦਾ ਗਿਆਨ ਜਿਹੜਾ ਹੈ ਕਰਵਾਇਆ ਜਾਣਾ ਚਾਹੀਦਾ ਹੈ। ਸੋ ਮੌਲਿਕ ਕਰਤੱਵ, ਅਗਰ ਮੌਲਿਕ ਅਧਿਕਾਰਾਂ ਵਿੱਚ ਇੱਕ ਵਿਸ਼ੇਸ਼ ਅੰਤਰ ਦੇਖੀਏ ਤੇ ਕੀ ਅੰਤਰ ਹੈ? ਮੌਲਿਕ ਅਧਿਕਾਰ ਜਿਹੜੇ ਹਨ, ਅਗਰ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਅਸੀਂ ਅਦਾਲਤ ਦੀ ਸ਼ਰਨ ਲੈ ਸਕਦੇ ਹਾਂ, ਅਦਾਲਤ ਵਿੱਚ ਜਾ ਸਕਦੇ ਹਾਂ। ਪਰ ਅਗਰ ਮੌਲਿਕ ਕਰਤੱਵਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਇਹਨਾਂ ਲਈ ਕੋਈ ਵੀ ਇਹਨਾਂ ਪਿੱਛੇ ਕਾਨੂੰਨੀ ਸ਼ਕਤੀ ਨਹੀਂ ਹੈ, ਕਿਸੇ ਵੀ ਅਦਾਲਤ ਦੀ ਸ਼ਰਨ ਨਹੀਂ ਲਿੱਤੀ ਜਾ ਸਕਦੀ ਹੈ। ਇਹਨਾਂ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ? ਨੈਤਿਕ ਸ਼ਕਤੀ ਕੰਮ ਕਰਦੀ ਹੈ। ਸੋ ਇਹ ਸਾਡੇ ਮੌਲਿਕ ਅਧਿਕਾਰਾਂ ਬਾਰੇ ਦੱਸਿਆ ਗਿਆ ਹੈ। ਥੈਂਕ ਯੂ ਬੇਟਾ।